ਸੈਂਟਰਲ ਆਰਡੀਨੈਂਸ ਦੀ ਗੱਲ ਕਰੀਏ ਤੇ ਖੇਤੀਬਾੜੀ ਨੂੰ ਲੈ ਕੇ ਜਿਸ ਢੰਗ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ 3 ਆਰਡੀਨੈਂਸ ਜਿਹੜੇ ਨੇ ਉਹ ਪਾਸ ਕੀਤੇ ਨੇ, ਉਨ ਆਰਡੀਨੈਂਸ ਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ। ਇਸ ਵਕਤ ਮੈਂ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਪਰ ਮੌਜੂਦ ਹਾਂ, ਜਿੱਥੇ ਲੋਕ ਇਨਸਾਫ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਨਾਲ ਕਾਰਜਕਰਤਾ ਜਿਹੜੇ ਨੇ ਉਹ ਵੀ ਇੱਥੇ ਜੁਟੇ ਹੋਏ ਨੇ। ਹਾਲਾਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਸਾਈਕਲ ਰੈਲੀ ਕੱਢੀ ਸੀ। ਉਹ ਸਾਈਕਲ ਰੈਲੀ ਜਿਹੜੀ ਅੱਜ ਸੀਐਮ ਰੈਜ਼ੀਡੈਂਸ ਪਹੁੰਚਣੀ ਸੀ ਔਰ ਉੱਥੇ ਇਹਨਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸੀ। ਡਿਮਾਂਡ ਕਰਨੀ ਸੀ ਕਿ ਮੁੱਖ ਮੰਤਰੀ ਕੋਲ ਅਧਿਕਾਰ ਹੈ ਕਿ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਇਨ ਤਿੰਨੋਂ ਆਰਡੀਨੈਂਸਾਂ ਨੂੰ ਪੰਜਾਬ ਦੇ ਵਿੱਚ ਨਾ ਲਾਗੂ ਕੀਤਾ ਜਾਏ। ਇਸ ਤਰ੍ਹਾਂ ਦਾ ਇੱਕ ਪ੍ਰਸਤਾਵ ਜਿਹੜੇ ਮੁੱਖ ਮੰਤਰੀ ਪਾਸ ਕਰ ਸਕਦੇ ਨੇ, ਲੇਕਿਨ ਲਗਾਤਾਰ ਇਸ ਦਾ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਇਨ ਆਰਡੀਨੈਂਸ ਦਾ, ਕਿਉਂਕਿ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਅਗਰ ਪੰਜਾਬ ਦੇ ਵਿੱਚ ਆਰਡੀਨੈਂਸ ਜਾਰੀ ਹੁੰਦੇ ਨੇ ਤੇ ਫਿਰ ਸਿੱਧੇ ਤੌਰ ਤੇ ਪੰਜਾਬ ਦੀ ਜਿਹੜੀ ਖੇਤੀਬਾੜੀ ਹੈ, ਜਿਹੜੇ ਕਿਸਾਨ ਹੈ, ਉਹਨਾਂ ਦੇ ਕਾਫੀ ਮਾੜੇ ਹਾਲਾਤ ਹੋ ਜਾਣਗੇ, ਕਿਉਂਕਿ MSP ਜਿਹੜੀ ਹੈ ਉਹ ਖਤਮ ਹੋਣ ਦੀ ਕਗਾਰ ਤੇ ਹੈ। ਕੇਂਦਰ ਦੀ ਇਸ ਤਰ੍ਹਾਂ ਦੀ ਮਨਸ਼ਾ ਹੈ ਕਿ MSP ਜਿਹੜੀ ਹੈ, ਜਿਹੜੀ ਫਸਲਾਂ ਦੇ ਉੱਪਰ MSP ਦਿੱਤੀ ਜਾਏ ਤੇ ਉसी ਨੂੰ ਲੈ ਕੇ ਵਿਰੋਧ ਹੋ ਰਿਹਾ, ਕਿਉਂਕਿ ਅਗਰ MSP ਖਤਮ ਕਰ ਦੀ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਕਿਸਾਨਾਂ ਦੀ ਆਰਥਿਕ ਜਿਹੜੀ ਸਥਿਤੀ ਹੈ ਉਹ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ। ਕਿਉਂਕਿ ਅਗਰ ਮੱਕੀ ਦੀ ਆਪਾਂ ਗੱਲ ਕਰੀਏ ਤੇ ਮੱਕੀ ਦੀ ਫਸਲ ਦਾ ਵੀ ਹਵਾਲਾ ਦਿੱਤਾ ਜਾ ਰਿਹਾ, ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਮੱਕੀ ਦੀ ਫਸਲ ਦੀ ਖਰੀਦ MSP ਦੇ ਬਾਵਜੂਦ 700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤੇ ਉਹ ਜਿਹੜੇ ਕਿਸਾਨ ਨੇ ਉਹਨਾਂ ਦੀ ਆਰਥਿਕ ਦ੍ਰਿਸ਼ਟੀ ਜਾਂ ਫਿਰ ਆਰਥਿਕ ਦਸ਼ਾ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਪੁਲਿਸ ਦੀ ਤਰਫੋਂ ਪਹਿਲਾਂ ਹੀ ਬੈਰੀਗੇਟਿੰਗ ਕਰ ਦਿੱਤੀ ਗਈ ਸੀ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਪਰ, ਤਾਂ ਕਿ ਲੋਕ ਇਨਸਾਫ ਪਾਰਟੀ ਦੇ ਜਿਹੜੇ 2 ਵਿਧਾਇਕ ਨੇ ਉਹਨਾਂ ਨਾਲ ਜਿਹੜੇ ਵਰਕਰ ਨੇ ਉਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਜਾਏ। ਤੇ ਹੁਣ ਸਿੱਧੇ ਤੌਰ ਤੇ ਜਿਹੜਾ ਫੇਸ 3B2 ਹੈ ਉੱਥੇ ਹੁਣ ਸਿੱਧੇ ਤੌਰ ਤੇ ਇਕੱਠ ਪੁੱਜਿਆ ਹੋਇਆ ਨਜ਼ਰ ਆ ਰਿਹਾ। ਗੱਲਬਾਤ ਹੋ ਰਹੀ ਹੈ, ਪੁਲਿਸ ਦੇ ਜਿਹੜੇ ਅਧਿਕਾਰੀ ਨੇ ਇੱਥੇ ਮੌਜੂਦ ਨੇ, ਸਿੱਧੇ ਤੌਰ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਲੇਕਿਨ ਦੂਜੇ ਪਾਸੇ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਨੂੰ ਅੱਗੇ ਜਾਣ ਦਿੱਤਾ ਜਾਏ ਤਾਂ ਕਿ ਆਪਾਂ ਮੈਮੋਰੰਡਮ ਦੇ ਸਕੀਏ, ਮੰਗ ਕਰ ਸਕੀਏ। ਔਰ ਸਿੱਧੇ ਤੌਰ ਤੇ ਸਿਮਰਜੀਤ ਸਿੰਘ ਬੈਂਸ ਸਾਡੇ ਨਾਲ ਨੇ। ਸਰ, ਵੱਡਾ ਰੋਸ਼ ਮੁਜ਼ਾਹਰਾ, ਵੱਡੀ ਯਾਤਰਾ, ਕਿਸਾਨਾਂ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ। ਸਿੱਧੇ ਤੌਰ ਤੇ ਇੱਕ ਹੀ ਮੰਗ ਹੈ ਕਿ ਆਰਡੀਨੈਂਸ ਪੰਜਾਬ ਦੇ ਵਿੱਚ ਲਾਗੂ ਨਾ ਹੋਏ। ਇਹ ਡੈਥ ਵਾਰੰਟ ਹੈਗਾ, ਮੌਤ ਦੇ ਵਾਰੰਟ ਆ ਪੰਜਾਬੀਆਂ ਦੇ। ਜੇ ਲਾਗੂ ਹੋ ਗਿਆ, ਤੁਸੀਂ ਮੇਰੀ ਗੱਲ ਇਤਿਹਾਸ ਬਣਨੀ ਆ, ਮੇਰੀ ਗੱਲ ਨੋਟ ਕਰ ਲਿਓ। 8-10 ਸਾਲਾਂ ਦੇ ਵਿੱਚ ਜਿਹੜਾ 80% ਦੇ ਕਰੀਬ ਪੰਜਾਬ ਦੇ ਅੰਦਰ ਛੋਟਾ ਤੇ ਮੱਧ ਵਰਗੀ ਕਿਸਾਨ ਆ ਉਹ ਬੇਜ਼ਮੀਨਾ ਹੋ ਜਾਣਾ। ਜ਼ਮੀਨਾਂ ਆਲਰੇਡੀ ਪਈਆਂ ਨੇ ਬੈਂਕਾਂ ਕੋਲੇ। ਜਿਣਸ MSP ਦਾ ਰੌਲਾ ਪੈ ਰਿਹਾ। MSP ਮੱਕੀ ਦੇ ਉੱਤੇ ਮੰਡੀਆਂ ਦੇ ਵਿੱਚ ਮੱਕੀ ਦੇ ਅੰਬਾਰ ਲੱਗੇ ਆ। MSP 1850 ਵਿਕ ਰਹੀ ਆ, ਪ੍ਰਾਈਵੇਟ ਵਪਾਰੀ ਖਰੀਦ ਰਿਹਾ 650। ਇਹੀ ਹਾਲ ਆਉਣ ਵਾਲੇ ਸਾਲ 2 ਸਾਲ 'ਚ ਚਾਵਲ ਤੇ ਕਣਕ ਦਾ ਹੋਣਾ। ਅਲਟੀਮੇਟਲੀ ਪੈਸੇ ਅਡਾਨੀ ਵਰਗੇ ਕਾਰਪੋਰੇਟ ਜਿਨ੍ਹਾਂ ਨੇ 2500 ਏਕੜ ਦੇ ਵਿੱਚ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਕੀਤਾ, ਪੈਸੇ ਨਹੀਂ ਮਿਲਣੇ ਕਿਸਾਨਾਂ ਨੂੰ। ਪੇਮੈਂਟ ਜਿਣਸ ਦੀ ਨਹੀਂ ਹੋਣੀ, ਉਧਰੋਂ ਕੁਰਕੀ ਆ ਜਾਣੀ ਹੈ ਕਿਉਂਕਿ ਜ਼ਮੀਨ ਬੈਂਕ ਕੋਲੇ ਪਈ ਹੈ। ਫਿਰ ਗਾਂਠ ਸਾਂਠ ਕਰਕੇ ਕਾਰਪੋਰੇਟ ਅਡਾਨੀ ਵਰਗੇ ਬੈਂਕਾਂ ਨਾਲ ਕੌਡੀਆਂ ਦੇ ਭਾਅ ਜ਼ਮੀਨ ਖਰੀਦਣਗੇ। 10-12 ਸਾਲਾਂ ਦੇ ਵਿੱਚ ਪੰਜਾਬ ਦਾ 80% ਕਿਸਾਨ ਬੇਜ਼ਮੀਨਾ ਕਰ ਦੇਣਾ ਇਹਨਾਂ ਨੇ। ਫਿਰ ਉਹ ਕਿਸਾਨ ਮਜਬੂਰੀ ਹੋਊਗੀ ਕਿ ਨਾ ਕਾਰਪੋਰੇਟ ਦੇ ਕੋਲੇ ਖੇਤੀ ਮਜ਼ਦੂਰ ਬਣੇਗਾ, ਅਸੀਂ ਬਣ ਨਹੀਂ ਦੇਵਾਂਗੇ। ਅਸੀਂ ਕਿਸਾਨਾਂ ਨਾਲ ਲਾਮਬੰਦੀ ਕਰਕੇ ਰੇਲਾਂ ਵੀ ਰੋਕਾਂਗੇ, ਸੜਕਾਂ ਵੀ ਰੋਕਾਂਗੇ। ਪਰ ਇਹ ਕਾਲਾ ਕਾਨੂੰਨ ਜਿਹੜਾ ਡੈਥ ਵਾਰੰਟ ਆ, ਇਹ ਡੈਥ ਵਾਰੰਟ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਅਸੀਂ ਕੈਪਟਨ ਸਾਹਿਬ ਨੂੰ, ਮੈਂ ਜਿੰਨੇ ਅਫੀਸਰਸ ਖੜੇ ਆ, ਬੜਾ ਪੀਸਫੁਲੀ ਵੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ। ਖਾਕੀ ਤੇ ਚਿੱਟੀ ਆਪਸ 'ਚ ਤਕਰਾਰ ਨਾ ਹੋਵੇ, ਬੁਰਾ ਲੱਗਦਾ। ਤੁਸੀਂ ਸਾਨੂੰ 2 ਨੂੰ ਪਰਮਿਟ ਕਰੋ, 4 ਨੂੰ ਕਰੋ, ਕਿਉਂਕਿ CM ਹਾਊਸ ਜਿੱਥੋਂ ਨਿਆਂ ਮਿਲਦਾ ਉਹ ਇਮਾਰਤ ਬਿਲਡਿੰਗ ਹੈਗੀ। ਅਸੀਂ ਲੈਜਿਸਲੇਚਰਾਂ ਤੋਂ ਅਸੀਂ ਆਪਣੀ ਗੱਲ ਮੌਖਿਕ ਵੀ ਦੱਸਣੀ ਆ, ਲਿਖਤ ਰੂਪ 'ਚ ਵੀ ਦੇਣੀ ਆ। ਉਹ ਕਹਿੰਦੇ ਜੀ ਅਸੀਂ ਲੈ ਚੱਲਦੇ ਹਾਂ ਕਾਰ 'ਚ ਨਹੀਂ ਜਾਣਾ। ਅਸੀਂ 300 ਕਿਲੋਮੀਟਰ ਦਾ ਰੋਜ਼ ਯਾਤਰਾ ਸਾਈਕਲ ਤੇ ਕਰਕੇ ਆਏ ਹਾਂ। ਫਿਰ ਤਾਂ ਅਸੀਂ ਉਹ ਜਲਿਆਂ ਵਾਲੇ ਬਾਗ ਤੋਂ ਕਾਰਾਂ 'ਚ ਹੀ ਆ ਜਾਂਦੇ, ਸਾਈਕਲ ਤੇ ਜਾਵਾਂਗੇ। ਜੋ ਤੁਹਾਡਾ ਨਿਯਮ ਰੈੱਡ ਲਾਈਨ ਬਣੀ ਸਾਈਕਲਿੰਗ ਲਈ, ਅਸੀਂ ਉਹਦੇ 'ਤੇ ਚੱਲਾਂਗੇ। CM ਰੈਜ਼ੀਡੈਂਸ ਦੇ ਬਾਹਰ ਕਾਰ ਪਾਰਕਿੰਗ, ਸਾਈਕਲ ਪਾਰਕਿੰਗ, ਜੋ ਸਕੂਟਰ ਪਾਰਕਿੰਗ ਉੱਥੇ ਲਾਵਾਂਗੇ। ਜੋ ਤੁਹਾਡੇ ਨਿਯਮ ਹੋਣਗੇ ਉਹਨਾਂ ਨਿਯਮਾਂ ਤਹਿਤ ਸਾਨੂੰ ਅੰਦਰ ਲੈ ਕੇ ਚੱਲਿਓ, ਤਾਂ ਜੋ ਅਸੀਂ ਆਪਣਾ ਉੱਥੇ ਮੌਖਿਕ ਤੌਰ ਤੇ ਜਿਹੜਾ ਵੀ ਅਧਿਕਾਰੀ ਮੌਜੂਦ ਹੋਊਗਾ ਉਹਨੂੰ ਆਪਣੀ ਗੱਲ ਜ਼ੁਬਾਨੋਂ ਵੀ ਦੱਸ ਸਕੀਏ ਤੇ ਲਿਖਤ ਰੂਪ 'ਚ ਵੀ ਦੇ ਸਕੀਏ। ਇੱਕ ਆਲ ਪਾਰਟੀ ਮੀਟਿੰਗ ਵੀ ਬੁਲਾਈ ਗਈ, ਸੀਟਾਂ ਕੋਈ ਨਹੀਂ ਨਿਕਲਿਆ, ਕਿਉਂਕਿ ਆਪਸ ਦੇ ਵਿੱਚ ਇੱਕ ਦੂਜੇ ਤੇ ਤੋਮਤਾਂ ਲਾਉਂਦੇ ਹੋਏ ਨਜ਼ਰ ਆਏ। ਅਕਾਲੀ ਕਹਿ ਰਹੇ ਨੇ ਕਿ ਕਾਂਗਰਸ ਨੇ ਇਸ ਤਰ੍ਹਾਂ ਦਾ ਐਕਟ ਪਹਿਲਾਂ ਪਾਸ ਕਰਤਾ, ਕਾਂਗਰਸੀ ਕਹਿ ਰਹੇ ਨੇ ਕਿ ਅਕਾਲੀ ਜਿਹੜੇ ਨੇ BJP ਦੀ ਬੋਲੀ ਬੋਲ ਰਹੇ ਨੇ। ਦੋਨੋਂ ਆਪਸ ਦੇ ਵਿੱਚ ਹਮਮਸ਼ਵਰਾ ਹੈਗੇ ਆ, ਸਲਾਹ ਕਰਦੇ ਆ। ਪਹਿਲਾਂ ਦੋਨਾਂ ਦੀ ਮਜਬੂਰੀ ਹੈਗੀ ਆ। ਕੈਪਟਨ ਸਾਹਿਬ ਦੀ ਮਜਬੂਰੀ ਆ RSS ਦਾ, ਮੋਦੀ ਦਾ ਹੁਕਮ ਮੰਨਣਾ ਕਿ ਗੁਰਪਾਲ ਉਹਨਾਂ ਦਾ ਦਮਾਦ ਸੰਬੋਲੀ ਸ਼ੂਗਰ ਮਿਲ ED ਨੇ ਚਾਰਜ ਕੀਤਾ, ਫਾਈਲ ਬੰਦ ਕਰਕੇ ਰੱਖੀ ਹੋਈ ਹੈ। ਖੁਦ ਉਹਨਾਂ ਦੀ ਪਤਨੀ, ਉਹਨਾਂ ਦਾ ਬੇਟਾ ਮਨੀ ਲਾਂਡਰਿੰਗ ਵਾਲੀ ਫਾਈਲ CBI ਨੇ ਬੰਦ ਕੀਤੀ ਹੈ। ਉਹਨਾਂ ਦੀ ਮਜਬੂਰੀ ਹੈ।
RSS ਐਂਡ ਮੋਦੀ ਦਾ ਹੁਕਮ ਮੰਨਣਾ। ਸੁਖਬੀਰ ਬਾਦਲ ਦੀ ਮਜਬੂਰੀ ਹੈ ਵੀ ਉਹਦੀ ਤੀਵੀਂ ਕੈਬਨਿਟ ਰੈਂਕ ਦੇ ਵਿੱਚ ਹੈਗੀ ਹੈ, ਜੇ ਉਹ ਇਹਦਾ ਵਿਰੋਧ ਕਰਦੇ ਆ ਤੇ ਕੈਬਨਿਟ ਵਜ਼ੀਰੀ ਜਾਂਦੀ ਹੈ। ਜਦ ਕਿ ਅਕਾਲੀ ਦਲ ਦਾ ਤੁਸੀਂ ਪਿਛੋਕੜ ਪੜ੍ਹੋ, ਹਿਸਟਰੀ, ਅਕਾਲੀ ਦਲ ਦੇਸ਼ ਦੇ ਅੰਦਰ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੰਬੜਦਾਰ ਪਾਰਟੀ ਰਹੀ ਹੈ। ਦੂਸਰੀਆਂ ਸਟੇਟ ਪਾਰਟੀਆਂ ਦੇਸ਼ ਦੇ ਅੰਦਰ ਅਕਾਲੀ ਦਲ ਦੇ ਪਿੱਛੇ ਲੱਗਦੀਆਂ ਸੀਗੀਆਂ। ਅੱਜ ਉਹੀ ਅਕਾਲੀ ਦਲ ਜਿਹੜਾ ਬਾਦਲ ਦੀ ਗ੍ਰਿਫਤ ਦੇ ਵਿੱਚ, ਉਹਦਾ ਪ੍ਰਧਾਨ ਆਪਣੀ ਪਤਨੀ ਦੀ ਵਜ਼ਾਰਤ ਬਚਾਉਣ ਵਾਸਤੇ ਇਸ ਕਾਲੇ ਆਰਡੀਨੈਂਸ ਦਾ ਸਮਰਥਨ ਕਰ ਰਿਹਾ। ਸ਼ਰਮ ਆਉਣੀ ਚਾਹੀਦੀ ਹੈ, ਨੀਲੀ ਪਗੜੀ ਬੰਨੀਆਂ, ਸ਼ਰਮ ਆਉਣੀ ਚਾਹੀਦੀ ਹੈ। ਸੁਖਬੀਰ ਬਾਦਲ ਕਹਿ ਰਹੇ MSP ਨਹੀਂ ਬੰਦ ਕੀਤੀ ਜਾਏਗੀ, ਪ੍ਰੋਕਿਉਰਮੈਂਟ ਫਸਲਾਂ ਦੀ ਜਿਹੜੀ ਖਤਮ ਨਹੀਂ ਹੋਏਗੀ। ਮੈਂ ਇਸ ਗੱਲ ਨਾਲ ਤੁਹਾਡਾ ਪਹਿਲਾ ਜਿਹੜਾ ਤੁਸੀਂ ਕਿਹਾ MSP, ਮੈਂ ਸਹਿਮਤ ਹਾਂ। MSP ਨਹੀਂ ਖਤਮ ਹੋਣੀ। MSP ਦੋਸਤ, ਤੁਸੀਂ ਮੰਡੀਆਂ 'ਚ ਜਾ ਕੇ, ਮੈਂ ਕੱਲ ਪੱਤਰਕਾਰ ਸਾਥੀ ਬੰਗਾ ਐਂਡ ਨਵਾਂ ਸ਼ਹਿਰ ਲੈ ਕੇ ਗਿਆ, ਉੱਥੇ ਮੱਕੀ ਦੀ ਭਰਪੂਰ ਫਸਲ ਆਈ ਹੋਈ ਆ। MSP ਕਿੰਨੀ ਆ? 1850। ਪ੍ਰਾਈਵੇਟ ਕਿਸਾਨ ਦੀ ਮਜਬੂਰੀ ਆ, ਪ੍ਰਾਈਵੇਟ ਵਪਾਰੀ ਨੂੰ ਕੀ ਭਾਅ ਮੱਕੀ ਵੇਚ ਰਿਹਾ? 650 ਤੋਂ 850, ਮਤਲਬ ਕਿ 1000 ਤੋਂ 1200 ਰੁਪਈਆ ਕਿਸਾਨ ਦੀ ਜੇਬ ਚੋਂ ਕੱਟਿਆ ਜਾ ਰਿਹਾ। ਇਹੀ ਕੁਛ MSP ਰਹਿਣੀ ਆ ਕਣਕ ਦੇ ਉੱਤੇ ਵੀ, ਚਾਵਲ ਦੇ ਉੱਤੇ ਵੀ। MSP ਨਹੀਂ ਟੁੱਟਣੀ, ਸਹੀ ਕਹਿ ਰਿਹਾ ਉਹ, ਪਰ ਕਿਸੇ ਸਰਕਾਰੀ ਖਰੀਦ ਏਜੰਸੀ ਨੇ ਨਹੀਂ ਆਉਣਾ। ਇਹ ਅਡਾਨੀਆਂ ਦਾ 2500 ਏਕੜ ਡਗਰੂ ਕਿਸ ਦਿਨ ਜਾ ਕੇ ਸ਼ੂਟ ਕਰਕੇ ਆਓ ਉਹਨੂੰ। ਮਕੈਨੀਕਲ ਖਰੀਦ ਕੇਂਦਰ ਜਿੱਥੇ ਰੇਲਵੇ ਦੀ ਲਾਈਨ ਅੰਦਰ ਜਾ ਰਹੀ ਹੈ, ਇਹ ਇੱਕ ਰਸਤਾ ਖੁਫੀਆ ਬਣਾਇਆ ਕਿ ਪੰਜਾਬ ਦੇ 80% ਕਿਸਾਨ ਨੂੰ ਬੇਜ਼ਮੀਨਾ ਕਿਵੇਂ ਕਰਨਾ, ਇਹ ਖੁਫੀਆ ਰੂਟ ਹੈਗਾ। ਉਸ ਸਟੈਂਡ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਸੁਖਬੀਰ ਬਾਦਲ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਪਾਰਟੀ ਦਾ ਪ੍ਰਧਾਨ ਹੋਣ ਨਾਤੇ ਮੈਂ ਕਹਿੰਦਾ ਕਿ MSP ਬੰਦ ਨਹੀਂ ਹੋਏਗੀ, ਜੇਕਰ ਇਹੋ ਜਿਹਾ ਕੋਈ ਸਿਸਟਮ ਹੋਇਆ ਤੇ ਫਿਰ ਨਾ ਕੋਈ ਕੁਰਸੀ, ਨਾ ਕੋਈ ਗੱਠਜੋੜ ਔਰ ਨਾ ਕੋਈ ਮੰਤਰਾਲਾ ਸਾਡੇ ਲਈ ਮਾਨੇ। ਨੱਕ ਚੋ ਕੇ ਮੂੰਹ 'ਚ ਪੈ ਗਈ। ਕਦੋਂ ਹੋਏਗਾ? ਜਦੋਂ ਨੱਕ ਚੋ ਕੇ ਮੂੰਹ 'ਚ ਪੈ ਗਈ। ਧਰਮ ਪਤਨੀ ਸਰਦਾਰ ਸੁਖਬੀਰ ਸਿੰਘ ਬਾਦਲ ਵਜ਼ਾਰਤ ਦੇ ਵਿੱਚ ਬੈਠੇ ਆਰਡੀਨੈਂਸ ਤੇ ਸਾਈਨ ਕਰਨ ਲੱਗੇ, ਕਿਤੇ ਵਾਕਆਊਟ ਕਰ ਆਉਂਦੇ, ਅਸੀਂ ਮੰਨ ਲੈਂਦੇ ਵੀ ਬੜਾ ਸਾਫ਼ ਮਨ ਹੋ ਗਿਆ ਇਹਨਾਂ ਦਾ ਪੰਜਾਬ ਲਈ। ਇਹ ਡੋਗਰਾ ਪੰਥੀ ਆ, ਡੋਗਰਾ ਪੰਥੀ। ਇਹ ਹਾਥੀ ਦੇ ਦੰਦ ਖਾਣ ਵਾਲੇ ਹੋਰ ਆ ਤੇ ਦਿਖਾਉਣ ਵਾਲੇ ਹੋਰ ਹੈਗੇ। ਬਲਵਿੰਦਰ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕੁਝ ਹੁਣ ਪੰਜਾਬ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ ਇਸ ਆਰਡੀਨੈਂਸ ਨੂੰ? ਮੈਂ ਤਾਂ ਜੀ ਪ੍ਰੈਕਟੀਕਲੀ ਦੇਖ ਕੇ ਆਇਆ ਬੰਗਾ ਮੰਡੀ 'ਚ। ਕਿਸਾਨ ਸ਼ਾਇਦ ਅਜੈਬ ਸਿੰਘ ਦਾ ਨਾਂ ਸੀ, ਉਹ ਬੱਚਿਆਂ ਨੂੰ ਤੀਰਥ ਸਿੰਘ, ਉਹ ਬੱਚਿਆਂ ਨੂੰ ਵੱਡੇ ਵੱਡੇ ਹੰਝੂ ਸਿੱਟਣ ਲੱਗ ਗਿਆ। ਕਹਿੰਦਾ ਜੀ ਮੈਂ 500 ਰੁਪਏ ਕਿਲੋ ਬੀਜ ਖਰੀਦਿਆ ਸੀ ਮੱਕੀ ਦਾ, 500 ਰੁਪਏ ਕਿਲੋ, ਤੇ ਕਹਿੰਦਾ ਹੁਣ 700 ਅੱਜ ਭਾਅ ਲੱਗਾ, ਮੈਂ ਵਾਪਸ ਲੈ ਚੱਲਾਂ। ਜਦਕਿ MSP ਤਕਰੀਬਨ 1850। ਤੇ ਉਹ ਕਹਿੰਦਾ ਮੈਂ ਵਾਪਸ ਲੈ ਚੱਲਾਂ। ਮੈਂ ਉਹਨੂੰ ਪੁੱਛਿਆ ਹੱਥ ਜੋੜ ਕੇ, ਮੈਂ ਕਿਹਾ ਸਰ ਸਾਹਿਬ ਇਹਨੂੰ ਤੁਸੀਂ ਵਾਪਸ ਤਾਂ ਲੈ ਚੱਲਿਓ, ਪਰ ਕਰੋਗੇ ਕੀ? ਉਹ ਕਹਿੰਦਾ ਜੀ ਡੰਗਰਾਂ ਨੂੰ ਪਾ ਦਿਆਂਗਾ। ਆਹ ਹਾਲਾਤ ਆ ਪੰਜਾਬ ਦੇ। ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ ਵੀ ਚੱਲ ਇੱਕ ਦਿਨ ਮੰਡੀ 'ਚ ਆ ਕੇ ਦੇਖ ਵੀ ਤੇਰੀ MSP ਕਿੱਥੇ ਖੜੀ ਹੈ, ਹੈਨਾ। ਘਰ ਵਾਲੀ ਨੂੰ ਨਾਲ ਲਿਆ, ਜਿਹੜੇ ਦੋਨੇ ਜਣੇ ਰਾਗ ਲਾਪਦੇ ਹਨ MSP ਦਾ। ਉਹ ਦੋਨੇ ਜਣੇ ਇੱਕ ਦਿਨ ਬੰਗਾ ਮੰਡੀ, ਨਵਾਂ ਸ਼ਹਿਰ ਮੰਡੀ, ਦੁਆਬੇ 'ਚ ਮੱਕੀ ਭਰਪੂਰ ਅੰਬਾਰ ਲੱਗੇ ਪਏ ਆ, ਤੇ ਇੱਕ ਦਿਨ ਜਾ ਕੇ ਦੇਖਣ ਤਾਂ ਸਹੀ। ਪਰ ਉਹਨੇ ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ, ਦਿੱਲੀ ਜਾਂਦਾ ਭਾਸ਼ਾ ਹੋਰ ਬੋਲਦਾ, ਪੰਜਾਬ 'ਚ ਆਉਂਦਾ ਭਾਸ਼ਾ ਹੋਰ ਬੋਲਦਾ। ਔਰ ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਵਜ਼ੀਰੀ ਛੱਡ ਦੇ, ਵਜ਼ੀਰੀ ਛੱਡ ਕੇ ਆ ਕਿਸਾਨੀ ਦੇ ਹੱਕ 'ਚ ਖੜਾ ਹੋ। ਦੁਬਾਰਾ ਉਹੀ ਅਕਾਲੀ ਦਲ ਜਿਹੜਾ ਆਜ਼ਾਦੀ ਤੋਂ ਪਹਿਲਾਂ ਸੀ, ਉਸ ਅਕਾਲੀ ਦਲ ਦੇ ਇਤਿਹਾਸ ਨੂੰ ਆ ਮੁੜ ਦਰਾਈਏ। ਲੋਕ ਤੁਰਨਗੇ ਜ਼ਰੂਰ, ਪਰ ਨਾਲ ਤੁਰੋਗੇ ਅਗਰ ਉਹੀ ਅਕਾਲੀ ਦਲ ਆਂਦਾ? ਜੇ ਮੇਰੀ ਬੇਨਤੀ ਸੁਣੋ, ਅਸਤੀਫਾ ਦਵੇ, ਸਾਫ਼ ਮਨ ਹੋਏ, ਅਕਾਲ ਤਖਤ ਤੇ ਜਾ ਕੇ ਜਿਹੜੀਆਂ ਪਿੱਛੇ ਗਲਤੀਆਂ ਕੀਤੀਆਂ, ਕੁਰਸੀ ਫਿਰ ਵੀ ਨਹੀਂ ਰਹੀ, ਗਲਤੀਆਂ ਬਹੁਤ ਕੀਤੀਆਂ, ਕੁਰਸੀ ਰਹੀ ਨਹੀਂ। ਹੁਣ ਵੀ ਗਲਤੀ ਕਰ ਰਿਹਾ, ਕੁਰਸੀ ਹੁਣ ਵੀ ਨਹੀਂ ਰਹਿਣੀ, ਕੁਰਸੀ ਹੁਣ ਵੀ ਨਹੀਂ ਰਹਿਣੀ। ਨਾ ਹੁਣ ਕੁਰਸੀ ਰਹਿਣੀ, ਨਾ ਪੰਜਾਬੀ ਰਹਿਣੇ ਆ। ਮੈਂ ਕਹਿੰਦਾ ਦੋਨਾਂ ਚੋਂ ਇੱਕ ਤਾਂ ਰੱਖ ਲਾ। ਅਕਾਲ ਤਖਤ ਵੀ ਨਹੀਂ ਰਿਹਾ, ਹਰਮੰਦਰ ਸਾਹਿਬ ਨਹੀਂ ਰਿਹਾ, ਗੁਰੂ ਗ੍ਰੰਥ ਸਾਹਿਬ ਨਹੀਂ ਰਿਹਾ, ਪੰਜਾਬੀ ਨਹੀਂ ਰਹੇ। ਇੱਥੋਂ ਤੱਕ ਵੀ ਅਖੀਰਲੇ ਸਮੇਂ ਪ੍ਰਕਾਸ਼ ਸਿੰਘ ਬਾਦਲ ਮੈਨੂੰ ਕਹਿਣ ਲੱਗਾ, ਸ਼ਰਮ ਆਉਂਦੀ ਆ ਵੀ ਸਰ ਪ੍ਰਕਾਸ਼ ਸਿੰਘ ਬਾਦਲ ਸਹੁੰ ਚੁੱਕਣ ਵਿਧਾਨ ਸਭਾ 'ਚ ਨਹੀਂ ਆ ਸਕੇ, ਸਪੀਕਰ ਦੇ ਕਮਰੇ 'ਚ ਜਾ ਕੇ ਸਹੁੰ ਚੁੱਕੀ। ਇਹ ਤੋਂ ਬਾੜੀ ਬਦਕਿਸਮਤੀ ਹੁਣ ਬੰਦੇ ਦੀ ਹੋਰ ਕੀ ਹੋ ਸਕਦੀ ਹੈ? ਜੇ ਮਨ ਸ਼ੁੱਧ ਕਰਕੇ ਆਉਣ, ਪਹਿਲਾਂ ਪਤਾ ਤਾਂ ਲੱਗੇ ਨਾ। ਕੋਈ ਸਮਾਨ 10 ਰੁਪਏ ਦਾ ਗਲਾਸ ਖਰੀਦਦਾ, ਉਹ ਟੜਕਾ ਕੇ ਵੇਖਦਾ ਉਹਨੂੰ ਵੀ ਇਹ ਗਲਾਸ ਕਿਤੇ 5 ਰੁਪਏ ਦਾ ਘੜਾ ਖਰੀਦਦਾ ਕੱਚਾ, ਉਹਨੂੰ ਵੀ ਬੰਦਾ ਠੋਰ ਕੇ ਦੇਖਦਾ ਵੀ ਇਹ ਕਿਤੇ ਟੁੱਟਾ ਤਾਂ ਨਹੀਂ। ਬਿਲਕੁਲ ਬੈਂਸ ਸਾਹਿਬ, ਇੱਕ ਹੋਰ ਵੱਡਾ ਕਿਤੇ ਨਾ ਕਿਤੇ ਮਸਲਾ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਪੱਕਿਆ ਹੋਇਆ ਸੀ, ਔਰ ਅੱਜ ਉਹਦੇ ਵਿੱਚ ਇੱਕ ਹੋਰ ਨਵਾਂ ਇੰਪਲੀਮੈਂਟ ਹੋਇਆ। ਵਿਨੀ ਮਹਾਜਨ ਚੀਫ ਸੈਕਟਰੀ ਲਾਤੇ ਗਏ ਕਰਨ ਅਵਤਾਰ ਸਿੰਘ ਦੀ ਜਗ੍ਹਾ। ਕਰਨ ਅਵਤਾਰ ਸਿੰਘ ਦਾ ਇਹਦਾ ਮਤਲਬ ਕਿ ਉਹ ਗਿਲਟੀ ਹੈਗੇ ਆ। ਜਿਹੜਾ ਕੈਬਨਿਟ ਰੈਂਕ ਦੇ ਵਜ਼ੀਰਾਂ ਨੇ ਰੌਲਾ ਪਾਇਆ ਸੀ ਕਿ ਕਰਨ ਅਵਤਾਰ ਦਾ ਮੁੰਡਾ ਬੇਟਾ ਜਿਹੜਾ ਉਹ ਕਿੰਗ ਪਿਨ ਹੈ ਲਿਕਰ ਮਾਫੀਆ ਦੀ, ਸਾਫ਼ ਹੋ ਗਈ ਗੱਲ। 650 ਕਰੋੜ ਰੁਪਏ ਦਾ ਗਬਨ ਵਾਈਟ ਪੇਪਰ ਜਾਰੀ ਕਿਉਂ ਨਹੀਂ ਕੈਪਟਨ ਸਾਹਿਬ ਕਰਦੇ ਵੀ 650 ਕਰੋੜ ਰੁਪਏ ਦੇ ਗਬਨ ਦੇ ਵਿੱਚ ਕਰਨ ਅਵਤਾਰ ਸਮੇਤ ਹੋਰ ਕਿਹੜੇ ਕਿਹੜੇ ਬੰਦੇ ਹੈਗੇ? ਉਹਨੂੰ ਰੀਪਲੇਸ ਇਸੇ ਕਰਕੇ ਕੀਤਾ ਨਾ।
ਜੇ ਦਾਲ 'ਚ ਕੁਝ ਕਾਲਾ ਨਾ ਹੁੰਦਾ ਤੇ ਰਿਪਲੇਸ ਨਹੀਂ ਸੀ ਹੋਣਾ ਮਿੰਨੀ ਮਹਾਜਨ ਦੇ ਨਾਲ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੁਰੰਤ ਜਿਹੜਾ 650 ਕਰੋੜ ਰੁਪਏ ਦਾ ਲਿਕਰ ਮਾਫੀਆ ਗਬਨ ਉਹਦੇ 'ਚ ਕਰਨ ਅਵਤਾਰ ਦੇ ਮੁੰਡੇ ਸਮੇਤ ਕੌਣ ਲੋਕ ਹੈਗੇ ਆ ਵਾਈਟ ਪੇਪਰ ਲੈ ਕੇ ਆਉਣ। ਬਿਲਕੁਲ ਵਾਈਟ ਪੇਪਰ ਲੈ ਕੇ ਆਣ। ਔਰ ਇਸ ਤੋਂ ਇਲਾਵਾ ਅਗਰ ਕੇਂਦਰੀ ਆਰਡੀਨੈਂਸ ਦੀ ਗੱਲ ਕਰੀਏ, ਉਸ ਮਸਲੇ ਦੇ ਉੱਪਰ ਵੱਡਾ ਰੋਸ਼ ਮੁਜ਼ਾਹਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵਕਤ ਮੈਂ ਉੱਥੇ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਔਰ ਬਲਵਿੰਦਰ ਬੈਂਸ ਸਾਈਕਲ ਤੇ ਨੇ ਔਰ ਉਹਨਾਂ ਨਾਲ ਵਰਕਰ ਜਿਹੜੇ ਨੇ ਪਾਰਟੀ ਦੇ ਮੌਜੂਦ ਨੇ। ਅੰਮ੍ਰਿਤਸਰ ਤੋਂ ਆ ਸਾਈਕਲ ਰੋਸ਼ ਰੈਲੀ ਸ਼ੁਰੂ ਹੋਈ ਸੀ, ਅੱਜ ਚੰਡੀਗੜ੍ਹ ਪਹੁੰਚੀ ਹੈ। ਹਾਲਾਂਕਿ ਬਾਰਡਰ ਦੇ ਉੱਪਰ ਹੀ ਪੁਲਿਸ ਨੇ ਬੈਰੀਗੇਟਿੰਗ ਕੀਤੀ ਹੋਈ ਹੈ, ਵੱਡੀ ਸੰਖਿਆ ਦੇ ਵਿੱਚ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਤੈਨਾਤ ਕੀਤੇ ਗਏ ਨੇ। ਪਹਿਲਾਂ ਮੋਹਾਲੀ ਔਰ ਚੰਡੀਗੜ੍ਹ ਐਂਟਰੀ ਦਾ ਜਿਹੜਾ ਬਾਰਡਰ ਹੈ, ਮੋਹਾਲੀ ਪੁਲਿਸ ਨੇ ਇੱਥੇ ਬੈਰੀਗੇਟਿੰਗ ਕੀਤੀ ਗਈ ਸੀ ਔਰ ਆਲਾ ਅਧਿਕਾਰੀ ਮੌਜੂਦ ਸੀ, ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਕਿ ਕਿਸੇ ਢੰਗ ਨਾਲ ਇਹਨਾਂ ਨੂੰ ਮਨਾਇਆ ਜਾ ਸਕੇ। 2 ਤੋਂ 3 ਲੋਕ ਜਿਹੜੇ ਨੇ ਸੀਐਮ ਰੈਜ਼ੀਡੈਂਸ ਲਿਜਾਏ ਜਾ ਸਕਣ, ਲੇਕਿਨ ਸਿੱਧੇ ਤੌਰ ਤੇ ਡਿਮਾਂਡ ਕਰ ਰਹੇ ਨੇ ਕਿ ਸਾਈਕਲ ਤੇ ਹੀ ਆਏ ਸੀ ਅੰਮ੍ਰਿਤਸਰ ਤੋਂ ਤੱਕ ਜਾਂਦੇ ਹੋਏ ਨਜ਼ਰ ਆਉਣਗੇ। ਲੇਕਿਨ ਹਾਂ, ਹੁਣ ਦੇਖਣ ਵਾਲੀ ਗੱਲ ਰਹੇਗੀ ਕਿ ਕਿਸ ਢੰਗ ਦੇ ਨਾਲ ਇਹਨਾਂ ਦੇ ਰੋਸ਼ ਮੁਜ਼ਾਹਰੇ ਨੂੰ ਕੈਪਟਨ ਸਰਕਾਰ ਵੇਖਦੀ ਹੈ ਔਰ ਅੱਗੇ ਕੀ ਕੁਝ ਆਰਡਰ ਹੁੰਦੇ ਨੇ। ਲੇਕਿਨ ਦੂਜੇ ਪਾਸੇ ਚੰਡੀਗੜ੍ਹ ਐਂਟਰੀ ਦੇ ਉੱਪਰ ਵੀ ਤੁਹਾਨੂੰ ਮੈਂ ਬੈਰੀਗੇਟਿੰਗ ਦਿਖਾਉਣਾ ਚਾਹੂੰਗਾ ਕਿ ਚੰਡੀਗੜ੍ਹ ਜਿਹੜਾ ਐਂਟਰੀ ਗੇਟ ਹੈ ਉੱਥੇ ਵੀ ਵੱਡੀ ਬੈਰੀਗੇਟਿੰਗ ਕੀਤੀ ਗਈ ਹੈ ਔਰ ਸਰਕਾਰੀ ਮਸ਼ੀਨਰੀ ਜਿਹੜੀ ਉਹ ਵੀ ਲਾਤੀ ਗਈ ਹੈ। ਸਿੱਧੇ ਤੌਰ ਤੇ ਵਜਰਾ ਜਿਹੜੀ ਹੰਝੂ ਸੁੱਟਣ ਵਾਲੇ ਗੋਲਿਆਂ ਦੀ ਮਸ਼ੀਨ ਹੁੰਦੀ ਆ ਉੱਥੇ ਲਾਈ ਗਈ ਹੈ। ਇੱਥੇ ਪਾਣੀ ਸੁੱਟਣ ਵਾਲੀ ਮਸ਼ੀਨਾਂ ਜਿਹੜੀਆਂ ਨੇ ਉਹ ਲਾਤੀਆਂ ਗਈਆਂ ਨੇ। ਬੱਸਾਂ ਜਿਹੜੀਆਂ ਨੇ ਪਹਿਲਾਂ ਹੀ ਤੈਨਾਤ ਕਰ ਦਿੱਤੀਆਂ ਗਈਆਂ ਨੇ ਬਈ ਅਗਰ ਬੈਰੀਗੇਟਿੰਗ ਲੰਘ ਕੇ ਬੈਂਸ ਬ੍ਰਦਰ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਐਂਟਰੀ ਕਰਦੇ ਨੇ ਤੇ ਫਿਰ ਸਿੱਧੇ ਉਹਨਾਂ ਨੂੰ ਰੋਕਿਆ ਜਾ ਸਕੇ। ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਰੋਸ਼ ਮੁਜ਼ਾਹਰਾ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਨਵੇਂ ਰੰਗ ਲੈ ਕੇ ਆਉਂਦਾ, ਕਿਉਂਕਿ ਸਿੱਧੇ ਤੌਰ ਤੇ ਸੈਂਟਰਲ ਆਰਡੀਨੈਂਸ ਦਾ ਹੁਣ ਚਾਰੋਂ ਪਾਸੇ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਿਸਾਨ ਜਥੇਬੰਦੀਆਂ ਜਿੱਥੇ ਵਿਰੋਧ ਕਰਦੀਆਂ ਨਜ਼ਰ ਆ ਰਹੀਆਂ ਨੇ, ਪੋਲੀਟੀਕਲ ਪਾਰਟੀਆਂ ਜਿੱਥੇ ਵਿਰੋਧ ਕਰਦੀਆਂ ਨਜ਼ਰ ਆ ਰਹੀਆਂ ਨੇ, ਹੁਣ ਕੇਂਦਰ ਇਸ ਰੋਸ਼ ਮੁਜ਼ਾਹਰਿਆਂ ਨੂੰ ਕਿਸ ਲਹਿਜ਼ੇ ਨਾਲ ਵੇਖਦਾ, ਕਿਸ ਨਜ਼ਰੀਏ ਨਾਲ ਵੇਖਦਾ, ਇਹ ਹੁਣ ਵੇਖਣ ਵਾਲੀ ਗੱਲ ਰਹੂਗੀ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼ ਮੋਹਾਲੀ। ਕਿਲੋਮੀਟਰ ਦੇ ਕਰੀਬ ਸਫ਼ਰ ਕੀਤਾ ਅਸੀਂ। ਇਹ ਵਿਰੋਧ ਲਾਇਆ ਜਾਵੇ ਤਾਂ ਕਿ 5 ਦਿਨ ਦੀ ਸਾਈਕਲ ਯਾਤਰਾ ਕਰਕੇ ਚੰਡੀਗੜ੍ਹ ਪਹੁੰਚੇ ਸਨ, ਪਰ ਉਸਨੇ ਵੱਡੇ ਪ੍ਰਬੰਧ ਕਰਕੇ ਇਹਨਾਂ ਦੇ ਕਾਫਲੇ ਨੂੰ ਚੰਡੀਗੜ੍ਹ ਦੇ ਬਾਰਡਰ 'ਤੇ ਰੋਕਿਆ। ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਡੀ ਗਿਣਤੀ ਵਿੱਚ ਲੰਮਾ ਸਮਾਂ ਆਇਆ ਕਿਧਰ ਕੇਂਦਰੀ ਆਰਡੀਨੈਂਸ ਦੇ ਮਸਲੇ ਤੇ ਹੁਣ ਅਗਰ ਬੈਂਸ ਬ੍ਰਦਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਐਂਟਰੀ ਕਰਨ ਦੀ ਅਨੁਮਤੀ ਮਿਲ ਚੁੱਕੀ ਹੈ। ਲੇਕਿਨ ਕੇਵਲ ਦੋਨੋਂ ਬੈਂਸ ਭਰਾ ਜਿਹੜੇ ਨੇ ਹੁਣ ਉਹੀ ਸੀਐਮ ਰੈਜ਼ੀਡੈਂਸ ਜਾਣਗੇ, ਆਪਣੀ ਸਾਈਕਲਾਂ ਰਾਹੀਂ ਉਹ ਮਿਲਣਗੇ ਔਰ ਉੱਥੇ ਜਾ ਕੇ ਉਹਨਾਂ ਨੂੰ ਮੈਮੋਰੰਡਮ ਦੇਣ ਦਾ ਕੰਮ ਕਰਨਗੇ। ਸਿੱਧੇ ਤੌਰ ਤੇ ਆਹੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਇਸ ਆਰਡੀਨੈਂਸ ਦੇ ਮਸਲੇ ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਜਿਹੜਾ ਉਹ ਬੁਲਾਇਆ ਜਾਏ ਔਰ ਇਸ ਇਜਲਾਸ ਰਾਹੀਂ ਸਿੱਧੇ ਤੌਰ ਤੇ ਆ ਪ੍ਰਸਤਾਵ ਪਾਸ ਕੀਤਾ ਜਾਏ ਕਿ ਪੰਜਾਬ ਦੇ ਵਿੱਚ ਇਸ ਆਰਡੀਨੈਂਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਏਗਾ। ਜਿਹੜੇ 3 ਆਰਡੀਨੈਂਸ ਨੇ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣਗੇ। ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਨਾਲ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਪਰ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਔਰ ਲੰਬੀ ਜੱਦੋਜਹਿਦ ਹੋਈ, ਨੋਕ ਝੋਂਕ ਵੀ ਹੋਈ ਪੁਲਿਸ ਨਾਲ ਔਰ ਉਸ ਨੋਕ ਝੋਂਕ ਤੋਂ ਬਾਅਦ ਹੁਣ ਦੋਨੋਂ ਜਿਹੜੇ ਵਿਧਾਇਕ ਨੇ, ਦੋਨੋਂ ਜਿਹੜੇ MLA ਨੇ, ਉਹਨਾਂ ਨੂੰ ਹੁਣ ਸਿੱਧੇ ਤੌਰ ਤੇ ਚੰਡੀਗੜ੍ਹ ਦੇ ਵਿੱਚ ਐਂਟਰੀ ਕਰਨ ਦੀ ਅਨੁਮਤੀ ਦਿੱਤੀ ਹੈ। ਸਾਈਕਲ ਰਾਹੀਂ ਹੁਣ ਆ ਦੋਨੋਂ ਜਿਹੜੇ ਨੇ ਰੈਜ਼ੀਡੈਂਸ ਜਾਣਗੇ ਔਰ ਉੱਥੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਆਪਣਾ ਮੈਮੋਰੰਡਮ ਜਿਹੜਾ ਉਹਨਾਂ ਨੂੰ ਸੌਂਪਣ ਦਾ ਕੰਮ ਕਰਨਗੇ। ਆ ਤੁਸੀਂ ਵੇਖ ਵੀ ਸਕਦੇ ਹੋ ਕਿ ਜਿਸ ਢੰਗ ਦੇ ਨਾਲ 22 ਤਰੀਕ ਨੂੰ ਅੰਮ੍ਰਿਤਸਰ ਤੋਂ ਆ ਰੈਲੀ ਜਿਹੜੀ ਸ਼ੁਰੂ ਹੋਈ ਸੀ, ਸਾਈਕਲਾਂ ਰਾਹੀਂ ਆ ਰੈਲੀ ਸ਼ੁਰੂ ਹੋਈ ਸੀ ਔਰ ਅੱਜ ਚੰਡੀਗੜ੍ਹ ਪੁੱਜੀ ਔਰ ਹੁਣ ਸਿੱਧੇ ਤੌਰ ਤੇ ਸੀਐਮ ਰੈਜ਼ੀਡੈਂਸ ਜਾ ਰਹੇ ਨੇ। ਉੱਥੇ ਸਿੱਧੇ ਤੌਰ ਤੇ ਇਸ ਪੂਰੇ ਮਸਲੇ ਦੇ ਉੱਪਰ ਗੱਲਬਾਤ ਹੋਏਗੀ।